ਸੰਗਤ ਟੀਵੀ ਦੇ ਸਟੂਡੀਓ ਪੈਰਿਸ ਸ਼ਿਰਪ ਪੰਜਾਬ ਕੰਪਲੈਕਸ ਵਿੱਚੋਂ ਅੱਜ ਅਸੀਂ ਆਪ ਜੀ ਦੇ ਰੂਬਰੂ ਤੂੰ ਹੀ ਤੂੰ ਪ੍ਰੋਗਰਾਮ ਦੇ ਵਿੱਚ ਪੰਥ ਦੀ ਇੱਕ ਮਹਾਨ ਸ਼ਖਸੀਅਤ ਭਾਈ ਅੰਮ੍ਰਿਤ ਇਕਬਾਲ ਸਿੰਘ ਜੀ ਲੁਧਿਆਣੇ ਵਾਲੇ, ਜਿਨ੍ਹਾਂ ਨੇ ਪਿਛਲੇ 2-3 ਵੀਕਾਂ ਤੋਂ ਫਰਾਂਸ ਦੇ ਵਿੱਚ ਵੱਖਰੇ ਵੱਖਰੇ ਗੁਰੂ ਘਰਾਂ ਦੇ ਵਿੱਚ ਆਪਣੀ ਕਥਾ ਦੇ ਨਾਲ ਸੰਗਤਾਂ ਨੂੰ ਬਹੁਤ ਨਿਹਾਲ ਕੀਤਾ ਹੈ ਔਰ ਬਹੁਤ ਹੀ ਗੁਰੂ ਦੀ ਬਖਸ਼ਿਸ਼ ਹੈ ਇਹਨਾਂ 'ਤੇ ਗੁਰੂ ਮਤ ਦੇ ਜਿਹੜੇ ਉਹ ਤੱਤ ਜਿਹੜੇ ਸਾਨੂੰ ਸਾਹਮਣੇ ਲਿਆਉਣੇ ਚਾਹੀਦੇ ਹਨ, ਉਹਨਾਂ ਉੱਤੇ ਬਹੁਤ ਹੀ ਸਿਰ ਦੇ ਤਰੀਕੇ ਦੇ ਨਾਲ, ਸੋਹਣੇ ਤਰੀਕੇ ਦੇ ਨਾਲ ਇਹ ਸੰਗਤ ਦੇ ਨਾਲ ਸਾਂਝੇ ਕਰਦੇ ਹਨ। ਅਤੇ ਸਾਡੀ ਖੁਸ਼ਕਿਸਮਤੀ ਹੈ ਕਿ ਅੱਜ ਕੁਦਰਤੀ ਇਹ ਸਾਡੇ ਨਾਲ ਹਨ ਸੰਗਤ ਟੀਵੀ ਦੇ ਸਟੂਡੀਓ ਵਿੱਚ। ਸਭ ਤੋਂ ਪਹਿਲਾਂ ਅਸੀਂ ਇਹਨਾਂ ਨੂੰ ਜੀ ਆਇਆਂ ਆਖਾਂਗੇ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਅਸੀਂ ਇਹਨਾਂ ਦੇ ਨਾਲ, ਇਹਨਾਂ ਦੇ ਗਿਆਨ ਦੇ ਥਰੂ ਜੋ ਵੀ ਇਹਨਾਂ ਨੇ ਗੁਰੂ ਤੋਂ ਪ੍ਰਾਪਤ ਕੀਤਾ ਹੈ, ਅਸੀਂ ਚਾਹਾਂਗੇ ਕਿ ਆਪਣੇ ਸਰੋਤਿਆਂ ਦੇ ਨਾਲ ਸਾਂਝਾ ਕੀਤਾ ਜਾਵੇ। ਭਾਈ ਸਾਹਿਬ ਜੀ, ਅੱਜ ਦੇ ਤੂੰ ਹੀ ਤੂੰ ਦੇ ਪ੍ਰੋਗਰਾਮ ਵਿੱਚ ਅਸੀਂ ਆਪ ਜੀ ਦਾ ਜਿੱਥੇ ਸਵਾਗਤ ਕਰਦੇ ਹਾਂ, ਅਸੀਂ ਆਪ ਜੀ ਨੂੰ ਜਾਣਨਾ ਚਾਹਾਂਗਾ ਆਪ ਜੀ ਤੋਂ ਕਿ ਜਿੱਦਾਂ ਆਪ ਜੀ ਨੇ ਕਥਾ ਸ਼ੁਰੂ ਕੀਤੀ ਕਿ ਮੈਂ ਆਹ ਜਿਹੜਾ ਵੀਕ ਆ ਇਹ ਸਿਰਫ ਇੱਕ ਓਂਕਾਰ ਦੇ ਉੱਤੇ ਹੀ ਵਿਚਾਰ ਕਰਨੀ ਆ, ਖੁੱਲ੍ਹ ਕੇ ਵਿਚਾਰ ਕਰਨੀ, ਤਾਂ ਕਿ ਸਾਨੂੰ ਜਿਹੜਾ ਸਾਡਾ ਬੇਸ ਆ, ਜਿਹੜਾ ਸਾਡਾ ਮੂਲ ਆ, ਉਹ ਤੋਂ ਉਹਦਾ ਪਤਾ ਲੱਗ ਸਕੇ। ਅਤੇ ਜਦੋਂ ਸਾਨੂੰ ਉਹਦਾ ਪਤਾ ਲੱਗ ਗਿਆ ਤਾਂ ਸਮਝ ਲਓ ਸਾਨੂੰ ਬਾਕੀ ਦਾ ਵੀ ਪਤਾ ਲੱਗ ਸਕਦਾ। ਪਰ ਜੇ ਇੱਕ ਓਂਕਾਰ ਦਾ ਹੀ ਪਤਾ ਨਾ ਲੱਗਾ ਤਾਂ ਗਾਂਹ ਹੀ ਵਧੀ ਗਏ, ਅਤੇ ਮੂਲ ਦਾ ਪਤਾ ਨਾ ਲੱਗਾ ਫਿਰ ਅਸੀਂ ਗਲਤੀ ਖਾ ਸਕਦੇ, ਟਪਲਾ ਖਾ ਸਕਦੇ, ਕੁਛ ਵੀ ਹੋ ਸਕਦਾ ਹੈ ਨਾ। ਅਤੇ ਤੂੰ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਸਾਨੂੰ ਸਰੋਤਿਆਂ ਨੂੰ? ਸਭ ਤੋਂ ਪਹਿਲਾਂ ਸੰਗਤ ਟੀਵੀ ਦੇ ਰਾਹੀਂ ਰੂਬਰੂ ਹੋਣ ਵਾਲੀ ਸਮੁੱਚੀ ਸਿੱਖ ਸੰਗਤ, ਸਮੁੱਚੇ ਜਗਤ ਦੇ ਜੀਵਾਂ ਨੂੰ ਦਾਸ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ। ਬਹੁਤ ਵਧੀਆ ਉਪਰਾਲਾ ਹੈ ਤੂੰ ਹੀ ਤੂੰ ਪ੍ਰੋਗਰਾਮ ਦੇ ਰਾਹੀਂ ਭਾਈ ਗੁਰਦਿਆਲ ਸਿੰਘ ਜੀ ਅਤੇ ਇਹਨਾਂ ਦੇ ਟੀਮ ਦੇ ਰਾਹੀਂ ਜੋ ਸੰਗਤ ਟੀਵੀ ਦੇ ਜ਼ਰੀਏ ਸੰਗਤ ਤੱਕ ਸਾਂਝ ਪਾਈ ਜਾ ਰਹੀ ਹੈ। ਜਿਵੇਂ ਭਾਈ ਗੁਰਦਿਆਲ ਸਿੰਘ ਜੀ ਹੋਰਾਂ ਨੇ ਬਚਨ ਕੀਤਾ ਹੈ ਕਿ ਇੱਕ ਓਂਕਾਰ ਸਾਡੇ ਸਿੱਖ ਜਗਤ ਦੇ ਅੰਦਰ ਜਗਤ ਦਾ ਮੁੱਢ ਆਖਿਆ ਜਾਂਦਾ ਹੈ, ਜਿਸ ਨੂੰ ਅਸੀਂ ਬੀਜ ਮੰਤਰ ਵੀ ਆਖਦੇ ਹਾਂ। ਔਰ ਗੁਰਬਾਣੀ ਦੀ ਪ੍ਰਾਰੰਭਤਾ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਅੰਦਰ ਜਦੋਂ ਅਸੀਂ ਕਰਦੇ ਹਾਂ ਅਤੇ ਇੱਕ ਓਂਕਾਰ ਤੋਂ ਕਰਦੇ ਹਾਂ। ਅੱਜ ਦੇ ਯੁੱਗ ਅੰਦਰ ਇੱਕ ਓਂਕਾਰ ਨੂੰ ਸਮਝਣਾ ਬਹੁਤ ਜ਼ਰੂਰੀ ਹੈ, ਕਿਉਂਕਿ ਜਦੋਂ ਤੱਕ ਅਸੀਂ ਇੱਕ ਓਂਕਾਰ ਨੂੰ ਨਹੀਂ ਸਮਝ ਪਾਵਾਂਗੇ ਅਤੇ ਅੱਗੇ ਉਹਦਾ ਨਾਮ ਸਦਾਥ ਰਹਿਣ ਵਾਲਾ ਹੈ, ਉਹ ਸਾਰੀ ਸ੍ਰਿਸ਼ਟੀ ਦਾ ਕ੍ਰੀਏਟਰ ਹੈ ਅਤੇ ਸਾਰੀ ਸ੍ਰਿਸ਼ਟੀ ਅੰਦਰ ਵੱਸਦਾ ਹੈ। ਉਹ ਕਿਸੇ ਤੋਂ ਡਰਦਾ ਨਹੀਂ, ਡਰ ਰਹਿਤ ਹੈ, ਵੈਰ ਰਹਿਤ ਹੈ, ਉਹਦੇ ਉੱਪਰ ਸਮੇਂ ਦਾ ਜਾਂ ਮੌਤ ਦਾ ਪ੍ਰਭਾਵ ਨਹੀਂ। ਉਹ ਜੂਨੀਆਂ ਤੋਂ ਰਹਿਤ ਹੈ, ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ। ਉਹ ਸਾਰੀਆਂ ਵਿਚਾਰਾਂ ਅਧੂਰੀਆਂ ਰਹਿ ਜਾਣਗੀਆਂ। ਇਸ ਲਈ ਇਹ ਜਿਹੜੇ ਗੁਣ ਨੇ, ਇਹਨਾਂ ਗੁਣਾਂ ਨੂੰ ਜਾਣਨ ਤੋਂ ਪਹਿਲਾਂ ਇੱਕ ਓਂਕਾਰ ਨੂੰ ਜਾਣਨਾ ਬੜਾ ਜ਼ਰੂਰੀ। ਜਦੋਂ ਅਸੀਂ ਇੱਕ ਓਂਕਾਰ ਦੀ ਗੱਲ ਕਰਦੇ ਹਾਂ ਅਤੇ ਇਹਨੂੰ 3 ਭਾਗਾਂ ਵਿੱਚ ਲੈਂਦੇ ਹਾਂ। ਇੱਕ ਹਿੰਦਸਾ ਜੋ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਇਹਦੇ ਵਿੱਚ ਵਰਤਿਆ ਇੱਕ। ਦੂਸਰਾ ਅਸੀਂ ਸ਼ਬਦ ਲੈਣੇ ਓਵੰਗ। ਓਵੰਗ ਸ਼ਬਦ ਦਾ ਜੇ ਅਸੀਂ ਮੂਲ ਲਈਏ ਅਤੇ ਹਿੰਦੁਸਤਾਨ ਦੇ ਅੰਦਰ ਜੋ ਪ੍ਰਾਚੀਨ ਵਿਚਾਰ ਹੈ, ਪ੍ਰਾਚੀਨ ਵਿਚਾਰ ਦੇ ਮੁਤਾਬਕ ਜਿਹੜੇ ਹਿੰਦੂ ਧਰਮ ਦੇ ਵਿੱਚ ਵਿਦਵਾਨ ਆਖੇ ਜਾਣ ਵਾਲੇ ਪੰਡਿਤ ਵੀਰ ਨੇ, ਉਹ ਸੰਸਕ੍ਰਿਤ ਨੂੰ ਦੇਵ ਭਾਸ਼ਾ ਕਹਿੰਦੇ ਨੇ। ਦੇਵ ਭਾਸ਼ਾ। ਅਤੇ ਸੰਸਕ੍ਰਿਤ ਤੋਂ ਜਦੋਂ ਅਸੀਂ ਕਿਸੇ ਪੰਜਾਬੀ ਭਾਸ਼ਾ ਅੰਦਰ ਅੱਖਰ ਨੂੰ ਲੈ ਕੇ ਆਉਂਦੇ ਹਾਂ, ਸ਼ਬਦ ਨੂੰ ਲੈ ਕੇ ਆਉਂਦੇ ਹਾਂ, ਅਤੇ ਉਹਦੇ ਅਖੀਰਲੇ ਸ਼ਬਦ ਦੇ ਉੱਪਰ ਟਿੱਪੀ ਲੱਗ ਜਾਂਦੀ ਹੈ। ਇੱਕ ਵਿਚਾਰ ਆ। ਜਦੋਂ ਸੰਸਕ੍ਰਿਤ ਤੋਂ ਪੰਜਾਬੀ ਭਾਸ਼ਾ ਅੰਦਰ ਗੁਰਮੁਖੀ ਲਿਪੀ ਵਿੱਚ ਅਸੀਂ ਲਿਖਣ ਲੱਗੇ ਅਤੇ ਉਹਦੇ
ਅਖੀਰਲੇ ਸ਼ਬਦ ਤੇ ਟਿੱਪੀ ਲੱਗ ਜਾਣੀ। ਹੂੰ ਤੇ ਜਦੋਂ ਅਸੀਂ ਓੰਗ ਸ਼ਬਦ ਨੂੰ ਲੈਂਦੇ ਹਾਂ, ਹੂੰ ਹੁਣ ਪੰਜਾਬੀ ਵਿਆਕਰਨ ਅੰਦਰ ਊੜਾ ਸ਼ਬਦ, ਪੰਜਾਬੀ ਵਿਆਕਰਨ ਦੇ ਵਿੱਚ ਅੱਖਰਾਂ ਨੂੰ ਲਈਏ, ਹੂੰ 35 ਅੱਖਰ ਵਿੱਚ ਪਹਿਲਾ ਅੱਖਰ ਆ ਊੜਾ। ਊੜਾ। ਊੜੇ ਦੇ ਉੱਪਰ ਪੰਜਾਬੀ ਵਿਆਕਰਨ ਦੇ ਮੁਤਾਬਕ ਟਿੱਪੀ ਨਹੀਂ ਲੱਗ ਸਕਦੀ। ਹੂੰ ਤੇ ਊੜੇ ਨੂੰ ਗੁਰੂ ਮਹਾਰਾਜ ਨੇ ਕਿਰਪਾ ਕਰਕੇ ਖੋਲ ਦਿੱਤਾ, ਹੂੰ ਉੱਪਰ ਰੱਖ ਦਿੱਤਾ। ਉਹ ਜਦੋਂ ਊੜੇ ਨੂੰ ਉੱਪਰ ਰੱਖਿਆ, ਲਮਕ ਕੇ ਆਵਾਜ਼ ਕੀ ਆਏਗੀ? ਉਹ ਆ। ਹੂੰ ਹੁਣ ਜਦੋਂ ਅਸੀਂ ਸੰਸਕ੍ਰਿਤ ਵਿੱਚੋਂ ਓਮ ਸ਼ਬਦ ਨੂੰ ਲੈਣਾ ਤੇ ਓੰਗ ਸ਼ਬਦ ਉੱਪਰ ਐੜੇ ਦੇ ਟਿੱਪੀ ਲੱਗੇਗੀ। ਹੂੰ ਜਿਹੜਾ ਓਮ ਸ਼ਬਦ ਸੰਸਕ੍ਰਿਤ ਅੰਦਰ ਵਰਤਿਆ ਜਾਂਦਾ ਹੈ, ਉਹ 3 ਸ਼ਕਤੀਆਂ ਦਾ ਲਿਖਾਇਆ ਗਿਆ, ਜਿਹਦੇ ਵਿੱਚ 3 ਸ਼ਕਤੀਆਂ ਦਾ ਜ਼ਿਕਰ ਕੀਤਾ ਹੈ: ਓਕਾਰ, ਆਕਾਰ, ਮਕਾਰ। ਓਕਾਰ ਤੋਂ ਅਰਥ ਲਿਆ ਜਾਂਦਾ ਹੈ ਜਿਹੜਾ ਆ ਸੰਸਾਰ ਨੂੰ ਪੈਦਾ ਕਰਨ ਵਾਲਾ ਹੈ। ਹੂੰ ਆਕਾਰ ਤੋਂ ਅਰਥ ਲਿਆ ਜਾਂਦਾ ਹੈ ਜਿਹੜਾ ਸੰਸਾਰ ਦੀ ਪ੍ਰਤਪਾਲਨਾ ਕਰਨ ਵਾਲਾ ਹੈ। ਹੂੰ ਮਕਾਰ ਤੋਂ ਅਰਥ ਲਿਆ ਜਾਂਦਾ ਹੈ ਜਿਹੜਾ ਦਰਬਾਰ ਲਾ ਕੇ ਸਭਨਾਂ ਦਾ ਸੰਘਾਰ ਕਰਨ ਵਾਲਾ ਹੈ। ਹੂੰ ਤੇ ਹਿੰਦੂ ਧਰਮ ਅੰਦਰ ਜੋ ਮਾਨਤਾ ਹੈ, ਉਸ ਮਾਨਤਾ ਦੇ ਮੁਤਾਬਕ ਬ੍ਰਹਮਾ ਜੀ ਇਸ ਸੰਸਾਰ ਨੂੰ ਪੈਦਾ ਕਰਨ ਵਾਲੇ ਨੇ, ਹੂੰ ਵਿਸ਼ਨੂੰ ਜੀ ਪ੍ਰਤਪਾਲਨਾ ਕਰਨ ਵਾਲੇ ਨੇ, ਤੇ ਨਾਲ ਦੀ ਨਾਲ ਜਿਹੜੇ ਸ਼ਿਵ ਜੀ ਨੇ ਉਹ ਦਰਬਾਰ ਲਾ ਕੇ ਸਭਨਾਂ ਦਾ ਸੰਘਾਰ ਕਰਨ ਵਾਲੇ ਦੱਸੇ ਜਾਂਦੇ। ਇਹ ਹਿੰਦੂ ਗ੍ਰੰਥਾਂ ਦੇ ਤਹਿਤ ਆਉਂਦਾ ਹੈ ਜੀ। ਇਸੇ ਲਈ ਧੰਨ ਗੁਰੂ ਮਹਾਰਾਜ ਗੁਰੂ ਨਾਨਕ ਦੇਵ ਸਾਹਿਬ ਜੀ ਜੋ ਚੱਲ ਰਹੀ ਵਿਚਾਰ ਸੀ, ਉਸ ਵਿਚਾਰ ਨੂੰ ਲੈ ਕੇ ਜਪਜੀ ਸਾਹਿਬ ਦੀ ਅਸੀਂ ਬਾਣੀ ਪੜ੍ਹਦੇ ਹਾਂ। ਤੇ ਬਾਣੀ ਅੰਦਰ ਜ਼ਿਕਰ ਕੀਤਾ, ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪਰਿਵਾਰ, ਕਿ ਮਾਇਆ ਕਿਸੇ ਢੰਗ ਦੇ ਨਾਲ ਪ੍ਰਸੂਤ ਹੋਈ, ਪੁੱਤ 3 ਪੁੱਤਰ ਜਾਂ 3 ਸ਼ਕਤੀਆਂ ਸਾਹਮਣੇ ਆਈਆਂ। ਇੱਕ ਸੰਸਾਰੀ, ਸੰਸਾਰੀ ਕਹੀਏ ਜਿਹੜਾ ਆ ਸੰਸਾਰ ਨੂੰ ਪੈਦਾ ਕਰਨ ਵਾਲਾ, ਜੀਵਾਂ ਦੀ ਰਚਨਾ ਕਰਨ ਵਾਲਾ, ਉਹਦੇ ਬਾਰੇ ਅਸੀਂ ਜ਼ਿਕਰ ਲੈਂਦੇ ਬ੍ਰਹਮਾ ਜੀ। ਇੱਕ ਭੰਡਾਰੀ ਜਿਹੜਾ ਸੰਸਾਰ ਦੀ ਪ੍ਰਤਪਾਲਨਾ ਕਰਨ ਵਾਲਾ, ਵਿਸ਼ਨੂੰ ਜੀ ਨੂੰ ਪ੍ਰਤਪਾਲਕ ਆਖਿਆ। ਇੱਕ ਲਾਏ ਦੀ ਬਾਂਹ ਜਿਹੜਾ ਦਰਬਾਰ ਲਾ ਕੇ ਸਭਨਾਂ ਦਾ ਸੰਘਾਰ ਕਰਨ ਵਾਲਾ, ਉਹ ਸ਼ਿਵ ਜੀ ਆਖਿਆ ਜਾਂਦਾ। ਮਗਰ ਧੰਨ ਗੁਰੂ ਮਹਾਰਾਜ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਇਹ ਸਾਰੀਆਂ ਸ਼ਕਤੀਆਂ ਨੂੰ ਇੱਕ ਦੇ ਵਿੱਚ ਰੱਖਿਆ। ਉਹ ਇੱਕ ਕੌਣ ਹੈ? ਪਰਮਾਤਮਾ। ਇਸੇ ਲਈ ਬਚਨ ਆਖੇ ਜਿਵ ਤਿਸ ਭਾਵੈ, ਮਤਾ ਕੋਈ ਇਸ ਭੁਲੇਖੇ ਵਿੱਚ ਰਵੇ ਕਿ ਸੰਸਾਰ ਦੀ ਸਿਰਜਣਾ ਕਰਨ ਵਾਲਾ ਕੋਈ ਹੋਰ ਹੈ, ਸੰਸਾਰ ਦੀ ਪ੍ਰਤਪਾਲਨਾ ਕਰਨ ਵਾਲਾ ਕੋਈ ਹੋਰ ਹੈ, ਤੇ ਸੰਸਾਰ ਦਾ ਵਿਨਾਸ਼ ਕਰਨ ਵਾਲਾ ਕੋਈ ਹੋਰ ਹੈ। ਗੁਰੂ ਮਹਾਰਾਜ ਗੁਰੂ ਨਾਨਕ ਦੇਵ ਸਾਹਿਬ ਨੇ ਇਹ ਭੁਲੇਖਾ ਦੂਰ ਕਰ ਦਿੱਤਾ। ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਫੁਰਮਾਨ। ਜੇ ਤੁਹਾਡੇ ਵਿਚਾਰਾਂ ਦੇ ਨਾਲ ਅਸੀਂ ਖੋਜ ਕਰਨ ਦੀ ਕੋਸ਼ਿਸ਼ ਕਰੀਏ, ਵਿਚਾਰ ਕਰੀਏ ਕਿ ਜਿਹੜੇ ਤੁਸੀਂ ਪਹਿਲੇ ਬ੍ਰਹਮਾ ਮਹੇਸ਼ ਤੇ ਸ਼ਿਵ ਜੀ ਦੀ ਗੱਲ ਕੀਤੀ ਆ, ਉਹ ਉਹਨਾਂ ਦੇ ਗ੍ਰੰਥਾਂ ਦੇ ਵਿੱਚ ਇੱਦਾਂ ਲਿਖਿਆ ਹੈ ਜੀ, ਠੀਕ ਹੈ ਜੀ। ਤੇ ਭਾਵ ਕਹਿਣ ਦਾ ਆਇਆ ਵੀ ਗੁਰੂ ਨਾਨਕ ਦੇਵ ਜੀ ਨੇ ਜਦੋਂ ਆਪਣੀ ਮੱਤ ਦੇ ਅਨੁਸਾਰ ਜਾਂ ਜੋ ਅਕਾਲ ਪੁਰਖ ਵਾਹਿਗੁਰੂ ਵੱਲੋਂ ਆਵਾਜ਼ ਆਈ, ਉਹਦੇ ਹਿਸਾਬ ਦੇ ਨਾਲ ਉਹਨਾਂ ਨੇ ਜਦੋਂ ਗੱਲ ਕੀਤੀ ਤੇ ਉਹਨਾਂ ਨੇ ਇਸ ਚੀਜ਼ ਨੂੰ ਕੰਡੈਮ ਕੀਤਾ ਜੀ। ਉਹ ਗੁਰੂ ਨਾਨਕ ਦੇਵ ਜੀ ਇਸ ਗੱਲ ਦੇ ਨਾਲ ਸਹਿਮਤ ਨਹੀਂ ਗਏ। ਬਿਲਕੁਲ। ਉਹਦਾ ਕਾਰਨ ਇਹ ਆ ਕਿ ਜੇ ਇਹ ਤਿੰਨਾਂ ਦੀ ਆਪੋ ਆਪਣੀ ਡਿਊਟੀ ਹੈ, ਤਾਂ ਮਤਲਬ ਇੱਕ ਤਾਂ ਕੋਈ ਹੋਇਆ ਹੀ ਨਹੀਂ। ਬਿਲਕੁਲ। ਤਿੰਨੇ ਹੀ ਆਪੋ ਆਪਣੀ ਥਾਂ ਤੇ ਪ੍ਰਧਾਨ ਆ। ਦੇਖੋ, ਤੇ ਤਿੰਨੇ ਹੀ ਪ੍ਰਧਾਨ ਆ, ਮਤਲਬ ਫਿਰ ਰੱਬ ਵਾਲੀ ਤਾਂ ਗੱਲ ਕੋਈ ਹੋਈ ਨਹੀਂ ਉਹਦੇ ਵਿੱਚ। ਧੰਨ ਗੁਰੂ ਨਾਨਕ ਦੇਵ ਸਾਹਿਬ ਨੇ ਆ ਸੰਸਾਰ ਅੰਦਰ ਆਉਂਦਿਆਂ ਸਾਰ ਅਸਲ ਦੇ ਵਿੱਚ ਇੱਕ ਦੀ ਗੱਲ ਆਰੰਭ ਕੀਤੀ। ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ ਤੇ ਇਤਿਹਾਸ ਪੜ੍ਹਦਿਆਂ ਗੁਰੂ ਨਾਨਕ ਦੇਵ ਸਾਹਿਬ ਦੇ ਅਵਤਾਰ ਦਾ ਜ਼ਿਕਰ ਵਿਚਾਰਦੇ ਹਾਂ, ਤੇ ਆਉਂਦਿਆਂ ਸਾਰ ਵੱਖ-ਵੱਖ ਇਤਿਹਾਸਕਾਰਾਂ ਨੇ ਲਿਖਿਆ ਕਿ ਗੁਰੂ ਮਹਾਰਾਜ ਨੇ ਇੱਕ ਉਂਗਲੀ ਖੜੀ ਕੀਤੀ, ਜਿਹਦੇ ਵਿੱਚ ਗੁਰੂ ਮਹਾਰਾਜ ਨੇ ਉਸ ਇੱਕ ਨੂੰ ਪ੍ਰਗਟਾਇਆ। ਤੇ ਗੁਰੂ ਮਹਾਰਾਜ ਇਹਨਾਂ ਬਚਨਾਂ ਅੰਦਰ ਵੀ ਇੱਕ ਨੂੰ ਪ੍ਰਗਟਾ ਰਹੇ ਨੇ, ਕਿਉਂਕਿ ਗੁਰੂ ਕੀ ਬਾਣੀ ਇਹ ਗੱਲ ਕਹਿੰਦੀ ਹੈ, ਮਾਰਾ ਰਾਖਾ ਏਕੋ ਆਪ, ਮਾਨੋ ਕਹਿ ਕਛ ਨਾਹੀ ਆਤ। ਗੁਰੂ ਕੀ ਬਾਣੀ ਇਹ ਗੱਲ ਕਹਿੰਦੀ ਹੈ ਕਿ ਆ ਸੰਸਾਰ ਨੂੰ ਪੈਦਾ ਕਰਨ ਵਾਲਾ ਵੀ ਉਹ ਆਪ ਹੈ। ਸਾਚੇ ਤੇ ਪਵਣਾ ਪਿਆ, ਪਵਣਾ ਤੇ ਜਲ ਹੋਏ, ਜਲ ਤੇ ਧਰ ਪਵਨ ਸਾਜਿਆ, ਘਟ ਘਟ ਜੋਤ ਸਮੂਏ। ਜੇ ਭਾਈ ਗੁਰਦਾਸ ਜੀ ਨੂੰ ਅਸੀਂ ਪੜ੍ਹੀਏ ਤੇ ਭਾਈ ਗੁਰਦਾਸ ਜੀ ਨੇ ਇਸ ਗੱਲ ਦੀ ਤਈਦ ਕੀਤੀ ਹੈ, ਸੱਚਾ ਸਿਰਜਣਹਾਰ ਸੱਚ ਸਮਾਇਆ, ਕਿ ਸਦਾਤ ਰਹਿਣ ਵਾਲਾ ਪਰਮਾਤਮਾ ਸਾਰੀ ਸ੍ਰਿਸ਼ਟੀ ਦਾ ਸਿਰਜਣਹਾਰ ਹੈ, ਨਾ ਕਿ ਕੋਈ ਬ੍ਰਹਮਾ ਜੀ ਹੈ। ਸੱਚਾ ਸਿਰਜਣਹਾਰ ਸੱਚ ਸਮਾਇਆ। ਤੇ ਫਿਰ ਇਹੀ ਨਹੀਂ ਕਿ ਉਹ ਅਕਾਲ ਪੁਰਖ ਵਾਹਿਗੁਰੂ ਜੀ ਸ੍ਰਿਸ਼ਟੀ ਨੂੰ ਸਿਰਜਿਆ, ਇਹਦੇ ਵਿੱਚ ਉਹ ਬੈਠਾ। ਆਪੀ ਨਾ ਆਪ ਸਾਜਿਓ, ਆਪੀ ਨਾ ਰਚੋ ਨਾਓ, ਦੁਈ ਕੁਦਰਤ ਸਾਜੀਐ ਕਰ ਆਸਣ ਡਿਠੋ ਚਾਓ।
ਮਾਲਕ ਵਿੱਚ ਬੈਠਾ ਹੈ। ਇਸ ਲਈ ਜੇ ਉਸਨੇ ਇਸ ਸ੍ਰਿਸ਼ਟੀ ਨੂੰ ਰਚਿਆ ਅਤੇ ਸ੍ਰਿਸ਼ਟੀ ਨੂੰ ਰਚਣ ਤੋਂ ਬਾਅਦ ਸ੍ਰਿਸ਼ਟੀ ਦੇ ਵਿੱਚ ਉਹ ਆਸਣ ਲਾ ਕੇ ਬੈਠਾ ਆਪਣੀ ਇਹ ਸਾਰੀ ਖੇਡ ਨੂੰ ਦੇਖ ਰਿਹਾ ਚਾਅ ਦੇ ਨਾਲ। ਤੋ ਇਸੇ ਲਈ ਕੋਈ ਇਹ ਗੱਲ ਕਵੇ ਕਿ ਇਸ ਸੰਸਾਰ ਨੂੰ ਰਚਣ ਵਾਲਾ ਬ੍ਰਹਮਾ ਜੀ ਆ, ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸਪਸ਼ਟ ਕੀਤਾ ਕਿ ਰਚਣ ਵਾਲਾ ਵੀ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੈ। ਅਸੀਂ ਜਦੋਂ ਇਸ ਰਚਨਾ ਨੂੰ ਲੈ ਕੇ ਬਚਨ ਪੜ੍ਹਦੇ ਹਾਂ ਤਾਂ ਸਾਡੇ ਕੋਲ ਭਾਈ ਗੁਰਦਾਸ ਜੀ ਦੀ ਇੱਕ ਪੌੜੀ ਸਾਹਮਣੇ ਆਉਂਦੀ ਹੈ। ਉਹਨਾਂ ਨੇ ਬਚਨ ਆਖੇ ਨੇ ਕਿ ਪ੍ਰਥਮੈ ਸਾਸ ਨਾ ਮਾਸ ਸਨ, ਅੰਧ ਧੁੰਦ ਕਛ ਖਬਰ ਨਾ ਪਾਈ। ਕਿ ਨਾ ਪਹਿਲੋਂ ਮਾਸ ਸੀ ਆਕਾਰ, ਨਾ ਆਕਾਰਾਂ ਦੇ ਵਿੱਚ ਸਰੀਰਾਂ ਦੇ ਵਿੱਚ ਵਰਤਣ ਵਾਲਾ ਸਾਸ ਸੀ। ਸਾਸ ਕਹੀਏ ਸਾਹ, ਹਵਾ, ਵਾਜੂ। ਪ੍ਰਥਮੈ ਸਾਸ ਨਾ ਮਾਸ ਸਨ, ਅੰਧ ਧੁੰਦ ਕਛ ਖਬਰ ਨਾ ਪਾਈ। ਕੀ ਸੀ? ਕੇਵਲ ਤੇ ਕੇਵਲ ਅੰਧ ਧੁੰਦ, ਇੱਕ ਗੁਬਾਰ ਸੀ, ਗੋਲਾ ਸੀ ਧੁੰਦ ਦਾ, ਜਿਹਦੇ ਬਾਰੇ ਬਾਣੀ ਨੇ ਸਪਸ਼ਟ ਕੀਤਾ। ਅਰਬਦ ਨਰਬਦ ਧੁੰਦੂਕਾਰਾ, ਅਰਬਾਂ ਖਰਬਾਂ ਸਾਲ ਪਿੱਛੇ ਚੱਲ ਜਾਓ, ਕੇਵਲ ਤੇ ਕੇਵਲ ਇੱਕ ਗੁਬਾਰ ਸੀ, ਗੁਬਾਰ ਦਾ ਗੋਲਾ ਸੀ, ਧੁੰਦਕਾਰ ਸੀ। ਅਰਬਦ ਨਰਬਦ ਧੁੰਦੂਕਾਰਾ, ਧਰਨਾ ਗਗਨਾ ਹੁਕਮ ਪਾਰਾ। ਨਾ ਧਰਤੀ ਸੀ ਨਾ ਆਕਾਸ਼ ਸੀ, ਨਾ ਦਿਨ ਰੈਣ ਚੰਦ ਨਾ ਸੂਰਜ। ਨਾ ਦਿਨ ਸੀ, ਨਾ ਦਿਨ ਨੂੰ ਚੜਾਉਣ ਵਾਲਾ ਸੂਰਜ ਸੀ, ਨਾ ਚੰਦਰਮਾ ਸੀ, ਨਾ ਰਾਤ ਸੀ। ਤੋ ਉੱਥੇ ਸਪਸ਼ਟ ਕੀਤਾ ਹੈ ਕਿ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਅਫੁਰ ਅਵਸਥਾ ਵਿੱਚ ਬੈਠਾ ਸੀ। ਇੱਕੋ ਅਕਾਲ ਪੁਰਖ ਵਾਹਿਗੁਰੂ। ਅਤੇ ਉਸ ਮਾਲਕ ਨੇ ਆਪਣੇ ਹੁਕਮ ਦੇ ਨਾਲ, ਆਪਣੇ ਬੋਲ ਦੇ ਨਾਲ ਇਸ ਸੰਸਾਰ ਨੂੰ ਰਚਿਆ। ਬਾਣੀ ਅਸੀਂ ਰੋਜ਼ ਪੜ੍ਹਦੇ ਹਾਂ, ਕੀਤਾ ਪਸਾਓ ਏਕੋ ਕਵਾਓ। ਇੱਕ ਬੋਲ ਦੇ ਨਾਲ, ਆਪਣੇ ਇੱਕ ਹੁਕਮ ਦੇ ਨਾਲ ਸਾਰਾ ਪਸਾਰਾ ਪਸਾਰ ਕੇ ਰੱਖ ਦਿੱਤਾ। ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲਖ ਦਰਿਆਓ। ਅਤੇ ਜੇ ਇਸ ਤੋਂ ਅੱਗੇ ਪ੍ਰਤਪਾਲਕ ਦੀ ਗੱਲ ਕਰੀਏ ਤੇ ਬਾਬੇ ਜੀ ਨੇ ਉਹ ਵੀ ਸਪਸ਼ਟ ਕੀਤਾ ਬਾਣੀ ਅੰਦਰ ਕਿ ਜਿਨ ਉਪਾਈ ਮੇਦਨੀ ਸੋਈ ਕਰਦਾ ਸਾਰ। ਅਸੀਂ ਬਚਨ ਪੜ੍ਹਦੇ ਹਾਂ, ਬ੍ਰਹਮਾ ਵਿਸ਼ਨੂੰ ਸ੍ਰਿਤ ਅਗਣਤ ਤਨ ਕੋ ਮੋਹ ਪਿਆ, ਮਨ ਮਦ ਕਾ 84 ਲੱਖ ਜੋਨ ਉਪਾਈ। ਅਸੀਂ ਆਖੀਏ ਕਿ ਕੋਈ ਦੇਵਤਾ ਜਾਂ ਹੋਰ ਕੋਈ ਸ਼ਕਤੀ ਇਸ ਸੰਸਾਰ ਦੇ ਵਿੱਚ ਪੈਦਾ ਹੋਏ ਜੀਵਾਂ ਨੂੰ ਪਾਲਣ ਵਾਲੀ ਆ, ਤਾਂ ਬਾਬੇ ਜੀ ਨੇ ਆਖਿਆ 84 ਲੱਖ ਜੋਨ ਪਾਈ, ਰਿਜਕ ਦਿਆ ਸਭ ਹੁਕੋ ਤਦ ਕਾ। ਅਸੀਂ ਫਿਰ ਬਾਣੀ ਅੰਦਰ ਵਾਰ-ਵਾਰ ਇਹ ਬਚਨ ਪੜ੍ਹਦੇ ਹਾਂ ਕਿ ਜਿਹਨੇ ਪੈਦਾ ਕੀਤਾ ਹੈ ਉਹੀ ਇਸ ਸੰਸਾਰ ਨੂੰ ਪਾਲਣ ਵਾਲਾ। ਈਵਨ ਇੱਥੋਂ ਤੱਕ ਕਿ ਆਹ ਸੰਸਾਰ ਅੰਦਰ ਜੀਵ ਬਾਅਦ ਵਿੱਚ ਹੀ ਆਉਂਦਾ, ਮਗਰ ਜੀਵ ਦੀ ਰੋਜੀ ਰੋਟੀ ਖੁਰਾਕ ਮਾਲਕ ਪਹਿਲੋਂ ਰੱਖ ਦਿੰਦਾ ਮਾਤਾ ਦੇ ਸਰੀਰ ਅੰਦਰ। ਬਚਨ ਨੇ ਗੁਰੂ ਕੀ ਬਾਣੀ ਦੇ ਕਿ ਪਹਿਲੋਂ ਦੇ ਤੈਂ ਰਿਜਕ ਸੰਭਾਹਾ, ਪਿੱਛੋਂ ਦੇ ਤੈਂ ਜੰਤੋ ਪਾ। ਬਾਣੀ ਦੇ ਵਿੱਚ ਲਿਖਿਆ ਹੀ ਨਹੀਂ, ਇਹ ਤਾਂ ਪ੍ਰਤੱਖ ਆ। ਬਿਲਕੁਲ, ਅੱਖਾਂ ਨਾਲ ਸਾਰੇ ਦੇਖਦੇ ਆ। ਹਾਂਜੀ, ਸਾਰਿਆਂ ਪਤਾ ਇਹ ਨਹੀਂ ਵੀ ਇੱਦਾਂ ਲਿਖਤਾ ਆ ਤੇ ਸਾਨੂੰ ਕੋਈ ਉਹਦਾ ਤੱਤ ਨਹੀਂ ਮਿਲ ਰਿਹਾ ਜੀ। ਤੱਤ ਤਾਂ ਸਾਡੇ ਰੋਜ਼ ਸਾਹਮਣੇ ਆਉਂਦਾ। ਬਿਲਕੁਲ। ਪਰ ਇੱਥੇ ਇੱਕ ਸਿੰਘ ਸਾਹਿਬ ਇੱਕ ਗੱਲ ਜਿਹੜੀ ਬੜੀ ਭਿਆਨਕ ਜੀ ਸਾਹਮਣੇ ਆਈ ਹੈ ਮੇਰੇ, ਵੀ ਜੇ ਉਹ ਵੇਦ ਪੁਰਾਣ ਗ੍ਰੰਥ ਜਿਹੜੇ ਐਡੇ ਪੁਰਾਣੇ ਜਿਨ੍ਹਾਂ ਦੇ ਵਿੱਚ ਬੜੇ ਬੜੇ ਵਿਦਵਾਨਾਂ ਨੇ ਖੋਜ ਕੇ ਗੱਲਾਂ ਬਾਤਾਂ ਕਰਕੇ ਤੇ ਇਹ ਗੱਲ ਲਿਖੀ ਜੀ, ਬ੍ਰਹਮਾ ਵਿਸ਼ਨੂੰ ਤੇ ਮਹੇਸ਼ ਦੀ, ਤੇ ਗੱਲ ਤਾਂ ਉੱਥੇ ਹੀ ਆ ਕੇ ਖਤਮ ਹੋ ਜਾਂਦੀ ਹੈ ਵੀ ਬ੍ਰਹਮਾ ਵਿਸ਼ਨੂੰ ਮਹੇਸ਼ ਨੂੰ ਪੈਦਾ ਕਰਨ ਵਾਲਾ ਵੀ ਤਾਂ ਕੋਈ ਹੋਣਾ ਚਾਹੀਦਾ। ਬਿਲਕੁਲ, ਤਾਂ ਕੋਈ ਨਾ ਕੋਈ ਹੈ। ਹੁਣ ਅਗਲੇ ਪਾਸੇ ਜਿਹੜਾ ਪਰ ਇੱਥੇ ਗੱਲ ਖਤਮ ਨਹੀਂ ਹੋਈ। ਜੇ ਉਹਨਾਂ ਨੂੰ ਪੈਦਾ ਕੀਤਾ ਤਾਂ ਉਹਨਾਂ ਨੂੰ ਰੋਟੀ ਵੀ ਉਹਨਾਂ ਨੂੰ ਕੋਈ ਦੇਣ ਵਾਲਾ। ਜੇ ਉਹਨਾਂ ਦੀ ਡਿਊਟੀ ਵੱਖਰੀ ਵੱਖਰੀ ਲੱਗੀ ਆ, ਜੇ ਉਹਨਾਂ ਦੀ ਡਿਊਟੀ ਵੱਖਰੀ ਵੱਖਰੀ ਆ ਤਾਂ ਤਿੰਨੇ ਆਪਣੇ ਆਪ 'ਚ ਸੰਪੂਰਨ ਆ, ਤਿੰਨੇ ਆਪਣੀ ਤਾਂ ਸੰਪੂਰਨ ਆ, ਤੇ ਤਿੰਨਾਂ ਦਾ ਖਾਤਮਾ ਵੀ ਹੋਇਆ। ਉਹੀ ਬੇਨਤੀ ਦਾਸ ਕਰਨ ਲੱਗਾ ਸੀ। ਅਗਲੇ ਪਾਸੇ ਜਿਹੜਾ ਬਚਨ ਹੈ ਨਾ ਉਹ ਹੈਗਾ ਸੰਘਾਰ ਨੂੰ ਲੈ ਕੇ, ਵਿਨਾਸ਼ ਨੂੰ ਲੈ ਕੇ। ਹੁਣ ਅਸੀਂ ਆਖੀਏ ਕਿ ਸੰਸਾਰ ਨੂੰ ਪੈਦਾ ਕਰਨ ਵਾਲਾ ਹੋਰ, ਪਾਲਣ ਵਾਲਾ ਹੋਰ, ਵਿਨਾਸ਼ ਕਰਨ ਵਾਲਾ ਹੋਰ, ਜਦ ਕਿ ਰੋਜ਼ ਅਸੀਂ ਪੜ੍ਹਦੇ ਹਾਂ ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਰ ਵਿਸ਼ਨੂੰ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਅਤੇ ਹੋਰ ਜਦੋਂ ਇਸ ਵਿਚਾਰ ਨੂੰ ਲੈਂਦੇ ਹਾਂ ਤੇ ਫਿਰ ਜੇ ਉਹਨਾਂ ਦਾ ਵਿਨਾਸ਼ ਕਰਨ ਵਾਲਾ ਕੋਈ ਹੈ, ਉਹ ਕੌਣ ਆ? ਪਰਮਾਤਮਾ। ਅਤੇ ਆਹ ਸੰਸਾਰ ਦਾ ਵਿਨਾਸ਼ ਕਰਨ ਵਾਲਾ ਵੀ ਉਹ ਪਰਮਾਤਮਾ ਆਪ ਹੀ ਆ। ਪਰਮਾਤਮਾ ਤੋਂ ਬਿਨਾਂ ਕੋਈ ਸ਼ਕਤੀ ਨਹੀਂ, ਕੇਵਲ ਤੇ ਕੇਵਲ ਪਰਮਾਤਮਾ ਆਪ ਹੀ ਪੈਦਾ ਕਰਨ ਵਾਲਾ, ਆਪ ਹੀ ਪਾਲਣ ਵਾਲਾ, ਆਪ ਹੀ ਵਿਨਾਸ਼ ਕਰਨ ਵਾਲਾ। ਇਸੇ ਲਈ ਅਸੀਂ ਗੁਰਬਾਣੀ ਅੰਦਰ ਰੋਜ਼ ਚੁਪੈਸਾ ਪੜ੍ਹਦੇ ਹਾਂ। ਉੱਥੇ ਬਚਨ ਆਉਂਦਾ ਜਬ ਉਦ ਕਰਖ ਕਰਾ ਕਰਤਾ, ਕਿ ਜਦੋਂ ਅਕਾਲ ਪੁਰਖ ਵਾਹਿਗੁਰੂ ਨੇ ਉਦ ਕਰਖਣ ਸ਼ਕਤੀ, ਵਿਸਥਾਰ ਕਰਨ ਵਾਲੀ ਸ਼ਕਤੀ ਦਾ ਪ੍ਰਯੋਗ ਕੀਤਾ,
ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇ ਅਪਾਰ। ਅਪਾਰਾ। ਪ੍ਰਜਾ ਦੇ ਰੂਪ ਵਿੱਚ ਅਨੇਕਾਂ ਦੇਹਾਂ ਪੈਦਾ ਕਰਕੇ ਰੱਖਤੀਆਂ, ਧਰਤੀਆਂ ਪੈਦਾ ਕਰਕੇ ਰੱਖ ਦਿੱਤੀਆਂ। ਤੇ ਜਦੋਂ ਅਕਾਲ ਪੁਰਖ ਵਾਹਿਗੁਰੂ ਸਮੇਟਣ ਵਾਲੀ ਸ਼ਕਤੀ ਦਾ ਪ੍ਰਯੋਗ ਕਰਦਾ, ਆਪਾਂ ਇੱਕ ਬਚਨ ਪੜ੍ਹਦੇ ਨਾ ਕਿ ਜਲ ਤੇ ਥਲ ਕਰ ਥਲ ਤੇ ਕੂਆਂ ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਕਰਾਵੇ। ਇਹ ਕੌਣ ਆ? ਇਹ ਪਰਮਾਤਮਾ, ਜਿਹੜਾ ਆਪਣੀ ਮਰਜ਼ੀ ਦੇ ਅਨੁਸਾਰ ਜਲਾਂ ਨੂੰ ਥਲਾਂ ਵਿੱਚ ਬਦਲ ਸਕਦਾ, ਥਲਾਂ ਨੂੰ ਖੂਹਾਂ ਦੇ ਵਿੱਚ ਬਦਲ ਸਕਦਾ। ਉਹ ਚਾਹਵੇ ਤੇ ਕਿਸੇ ਨੂੰ ਧਰਤੀ ਤੇ ਅਸਮਾਨ ਚੜਾਵੇ ਦਾ ਭਾਵ ਧਰਤੀ ਤੇ ਆਕਾਸ਼ ਚੜਾਵੇ, ਐਡੀ ਵਡਿਆਈ ਬਖਸ਼ਿਸ਼ ਕਰ ਦੇਵੇ ਕਿ ਸਾਰੀ ਦੁਨੀਆ ਅੰਦਰ ਉਹ ਜਾਣਿਆ ਜਾਣ ਲੱਗੇ। ਮਗਰ ਜੇ ਉਹ ਬੰਦਾ ਇੰਨੀ ਵਡਿਆਈ ਪਾ ਕੇ ਵਡਿਆਈ ਦੇਣ ਵਾਲੇ ਨੂੰ ਭੁੱਲ ਜਾਵੇ ਤੇ ਉਹਦੀ ਮਰਜ਼ੀ ਹੋਵੇ ਤੇ ਉਹਨੂੰ ਰੋਲ ਵੀ ਸਕਦਾ, ਚੜੇ ਆਕਾਸ਼ ਕਰਾਵੇ। ਤੋ ਇਸ ਲਈ ਇੱਥੇ ਇਹ ਗੱਲ ਸਪਸ਼ਟ ਹੁੰਦੀ ਹੈ ਕਿ ਜੇ ਕੋਈ ਆਖੇ ਇਹ ਵੱਖ-ਵੱਖ ਸ਼ਕਤੀਆਂ ਨੇ, ਇਹ ਵੱਖ-ਵੱਖ ਸ਼ਕਤੀਆਂ ਨਹੀਂ, ਕਿਉਂਕਿ ਪੈਦਾ ਕਰਨ ਵਾਲਾ ਵੀ ਉਹ ਆਪ ਹੈ, ਮਾਰਨ ਵਾਲਾ ਵੀ ਆਪ ਹੈ। ਜਬ ਆਕਰਖ ਕਰਤ ਹੋ ਕਬ ਹੋ, ਆਕਰਖਣ ਸ਼ਕਤੀ ਦਾ ਭਾਵ ਹੁੰਦਾ ਸਮੇਟਣ ਵਾਲੀ ਸ਼ਕਤੀ। ਜਦੋਂ ਉਹ ਸਮੇਟਣ ਵਾਲੀ ਸ਼ਕਤੀ ਦਾ ਪ੍ਰਯੋਗ ਕਰਦਾ ਹੈ ਤੇ ਫਿਰ ਸਾਰੀਆਂ ਦੇਹਾਂ ਉਹਦੇ ਵਿੱਚ ਜਾ ਕੇ ਮਿਲ ਜਾਂਦੀਆਂ ਨੇ। ਏਕ ਹੈ, ਅਨੇਕ ਹੈ, ਅਨੇਕ ਹੈ, ਫਿਰ ਏਕ ਹੈ। ਆਪਾਂ ਹੁਣ ਪਿੱਛੇ ਆਈਏ ਥੋੜ੍ਹਾ ਜਿਹਾ, ਜਿੱਥੇ ਆਪਾਂ ਗੱਲ ਸ਼ੁਰੂ ਕੀਤੀ ਸੀ, ਕਿਉਂਕਿ ਪਿੱਛੇ ਆਪਾਂ ਨੂੰ ਆਉਣਾ ਪੈਣਾ ਹੈ। ਇੱਕ ਓੰਕਾਰ, ਹਾਂ, ਪਿੱਛੇ ਆਪਾਂ ਨੂੰ ਆਉਣਾ ਪੈਣਾ ਹੈ, ਕਿਉਂਕਿ ਜਿਹੜੇ ਵੇਦ ਗ੍ਰੰਥ ਸਦੀਆਂ ਤੋਂ ਹਿੰਦੁਸਤਾਨ ਦੇ ਵਿੱਚ ਪੂਜੇ ਜਾ ਰਹੇ ਆ ਔਰ ਸੰਸਕ੍ਰਿਤ ਭਾਸ਼ਾ ਵਿੱਚ ਲਿਖੇ, ਬੜੇ ਵਿਦਵਾਨਾਂ ਦੇ ਥਰੂ ਲਿਖੇ ਔਰ ਬੜੀ ਲੱਖਾਂ ਕਰੋੜਾਂ ਲੋਕਾਂ ਨੇ ਉਹਨਾਂ ਦੀ ਪੂਜਾ ਕੀਤੀ ਆ। ਜੀ ਜੀ, ਅੱਜ ਵੀ ਹੋ ਰਹੀ ਆ। ਹਾਂ, ਕੀਤੀ ਆ, ਹੋ ਰਹੀ ਆ। ਤੇ ਉਹਨੂੰ ਦੱਸਣ ਲਈ ਪਏ ਜੋ ਆ ਇਹਦੇ ਵਿੱਚ ਆਹ ਕਮੀਆਂ, ਆਹ ਗਲਤੀਆਂ ਆ। ਤੇ ਜਦ ਤੱਕ ਪ੍ਰਤੱਖ ਰੂਪ ਦੇ ਵਿੱਚ ਆਪਾਂ ਠੀਕ ਆ ਗੁਰਬਾਣੀ ਦੇ ਪ੍ਰਮਾਣ ਦਿੱਤੇ ਆ ਜੀ, ਪਰ ਅੱਜ ਦਾ ਲੋਕ ਜਿਹੜਾ ਜਾਂ ਅੱਜ ਦੇ ਜਿਹੜੇ ਇਨਸਾਨ ਆ ਉਹ ਪ੍ਰਤੱਖ ਦੇਖਣਾ, ਇੱਕ ਸਰਹੰਦ ਦੇਖਣਾ ਚਾਹੁੰਦੇ ਆ, ਪ੍ਰਤੱਖ ਦੇਖਣਾ ਚਾਹੁੰਦੇ ਆ। ਜਿੱਦਾਂ ਤੁਸੀਂ ਪਹਿਲੋਂ ਗੱਲ ਕੀਤੀ ਆ ਵੀ ਬਚਪਨ ਤੋਂ ਪਹਿਲੋਂ ਪੈਦਾ ਕਰਨ ਵਾਲੇ ਨੇ ਉਹਦੀ ਖੁਰਾਕ ਮਾਤਾ ਦੇ ਦੁੱਧ ਦੇਤੀ, ਪਹਿਲੋਂ ਰੱਖਤੀ ਹੈ, ਉਹ ਪ੍ਰਤੱਖ ਆ। ਬਿਲਕੁਲ। ਤੇ ਐਸੀ ਕੋਈ ਵਾਰਤਾ, ਐਸੀ ਕੋਈ ਗੱਲ ਜਿਹੜੀ ਆਪਾਂ ਪ੍ਰਤੱਖ ਰੂਪ ਦੇ ਵਿੱਚ ਦੱਸ ਸਕਦੇ ਹਾਂ ਤੇ ਆਹ ਪ੍ਰਤੱਖ ਰੂਪ ਆ। ਗੁਰਬਾਣੀ ਵੀ ਆਹ ਕਹਿ ਰਹੀ ਆ, ਵੇਦ ਜਿਹੜੇ ਆਹ ਕਹਿ ਰਿਹਾ, ਭਾਈ ਇਹਨੂੰ ਤੁਸੀਂ ਪਰਖ ਕੇ ਇਸ ਤਰੀਕੇ ਨਾਲ ਦੇਖ ਲਓ। ਇਹ ਦੇਖੋ, ਜਦੋਂ ਆਪਾਂ ਇੱਕ ਓਂਕਾਰ ਨੂੰ ਹੀ ਲੈਂਦੇ ਆ, ਹਾਂ, ਇਹਦੇ ਵਿੱਚ ਓਮ ਸ਼ਬਦ ਅੰਦਰ 3 ਸ਼ਕਤੀਆਂ ਰੱਖੀਆਂ ਗਈਆਂ। ਹਾਂ, ਓਕਾਰ, ਆਕਾਰ, ਮਕਾਰ। ਤੇ ਗੁਰੂ ਮਹਾਰਾਜ ਨੇ ਓੰਗ ਸ਼ਬਦ ਲਿਆ, ਹਾਂਜੀ, ਨਾਲ ਇੱਕ ਸ਼ਬਦ ਲਾ ਦਿੱਤਾ ਕਾਰ। ਪਹਿਲੀ ਗੱਲ ਕਿ ਤਿੰਨਾਂ ਸ਼ਕਤੀਆਂ ਦਾ ਵਖਰੇਵਾਂ ਕੋਈ ਨਹੀਂ, ਤਿੰਨਾਂ ਸ਼ਕਤੀਆਂ ਦਾ ਮਾਲਕ ਇੱਕ ਆ। ਇੱਕ ਲਾਇਆ ਨਾ ਪਹਿਲੋਂ। ਕਾਰ ਦਾ ਭਾਵ ਆ ਸਰਵ ਵਿਆਪਕ, ਕਿ ਪਰਮਾਤਮਾ ਸਭ ਜਗ੍ਹਾ ਤੇ ਸਰਵ ਵਿਆਪੀ ਹੈ। ਇੱਕ ਓਂਕਾਰ ਦਾ ਜਦੋਂ ਆਪਾਂ ਅੱਖਰੀ ਅਰਥ ਲੈਂਦੇ ਹਾਂ ਤੇ ਉਹਦਾ ਅਰਥ ਬਣਦਾ ਕਿ ਸਾਰੇ ਸ੍ਰਿਸ਼ਟੀ ਦਾ ਕਰਤਾ ਹਰਤਾ ਮਾਲਕ ਪ੍ਰਤਪਾਲਕ ਇੱਕ ਅਕਾਲ ਪੁਰਖ ਵਾਹਿਗੁਰੂ ਆ, ਜਿਹੜਾ ਆਪਣੇ ਆਪ ਚ ਅਦੁੱਤੀ ਆ ਤੇ ਇੱਕ ਰਸ ਵਿਆਪਕ ਆ। ਹੁਣ ਜੇ ਇਹਨੂੰ ਹੋਰ ਨੀਝ ਲਾ ਕੇ ਤੱਕਣਾ ਹੋਵੇ, ਹਾਂ, ਤੱਕੋ ਨੀਝ ਲਾ ਕੇ ਤੱਕਣਾ ਹੋਵੇ, ਜੇ ਰੱਬ ਦੀ ਪੈਦਾ ਕੀਤੀ ਹਵਾ ਨਾ ਹੁੰਦੀ ਤੇ ਬੰਦਾ ਸਾਹ ਕਿੱਥੋਂ ਲੈਂਦਾ? ਰੱਬ ਦਾ ਪੈਦਾ ਕੀਤਾ ਪਾਣੀ ਨਾ ਹੁੰਦਾ ਤੇ ਬੰਦਾ ਆਪਣੇ ਜੀਵਨ ਨੂੰ ਕਿੱਦਾਂ ਚਲਾਉਂਦਾ? ਰੱਬ ਦਾ ਪੈਦਾ ਕੀਤੇ ਹੋਏ ਇਹ 5 ਤੱਤ ਨਾ ਹੁੰਦੇ ਤੇ ਆ ਸੰਸਾਰ ਦੀ ਰਚਨਾ ਕਿਵੇਂ ਹੁੰਦੀ? ਇਸੇ ਕਰਕੇ ਬੰਦਾ ਨੀਝ ਲਾ ਕੇ ਤੱਕੇ ਤੇ ਪਤਾ ਚੱਲੇਗਾ। ਬਾਬੇ ਦੇ ਬਾਣੀ ਅੰਦਰ ਬਚਨ ਨੇ ਕਿ 5 ਤੱਤ ਕੋ ਸਿਸ਼ਟ ਸਭ ਸਾਜੀ, 5 ਤੱਤ ਕੋ ਤੁਧ ਸਿਸ਼ਟ ਸਭ ਸਾਜੀ, ਕੋਈ ਛੇਵਾਂ ਕਰਿਓ ਜੇ ਕੁਛ ਕੀਤਾ ਹੋਵੇ। ਜੇ ਆ ਸੰਸਾਰ ਅੰਦਰ ਕੋਈ ਰੱਬ ਦੀ ਸ਼ਕਤੀ ਤੋਂ ਮੁਨਕਰਿਆ ਤੇ ਆਪਣੇ ਆਪ ਨੂੰ ਉਹ ਰੱਬ ਦੇ ਬਰਾਬਰ ਜਾਂ ਰੱਬ ਤੋਂ ਵੱਧ ਕੇ ਕਹਿਣਾ ਚਾਹੁੰਦਾ, ਤੇ ਬਾਣੀ ਅੰਦਰ ਬੜਾ ਸਪਸ਼ਟ ਕੀਤਾ ਕਿ ਭਲਿਆ ਮਾਲਕ ਨੇ 5 ਤੱਤਾਂ ਦੁਆਰਾ ਸਾਰਾ ਸੰਸਾਰ, ਸਾਰੀ ਸ੍ਰਿਸ਼ਟੀ, ਸਾਰੀ ਕਾਇਨਾਤ ਸਾਜ ਕੇ ਰੱਖ ਦਿੱਤੀ, ਕੁਝ 6ਵਾਂ ਤੱਤ ਪੈਦਾ ਕਰਕੇ ਦਿਖਾ ਦਿੱਤੇ। ਅੱਜ ਦੇਖੋ ਰੱਬ ਦਾ ਅੰਤ ਪਾਉਣ ਵਾਸਤੇ ਕਿੰਨੇ ਕਿੰਨੇ ਯਤਨ ਹੋ ਰਹੇ ਨੇ। ਅੰਤ ਕਾਰਨ ਕੀਤੇ ਬਿਲ ਲਾਹੇ। ਮਗਰ ਜੇ ਅਸੀਂ ਆਖੀਏ, ਇੱਕ ਡਾਕਟਰ ਇਹ ਆਖੇ ਕਿ ਮੈਂ ਕਿਸੇ ਨੂੰ ਕੁਦਰਤੀ ਇੱਕ ਪਲ ਵਾਸਤੇ ਜਿਉਂਦਾ ਰੱਖ ਸਕਦਾ, ਅਸੀਂ ਮਸਨੂਈ ਤੌਰ 'ਤੇ ਸਾਹ ਦੇ ਕੇ ਕਿਸੇ ਨੂੰ ਗਰਮਤਾ ਰੱਖ ਸਕਦੇ ਹਾਂ, ਸਾਹ ਲੈਂਦਾ ਦਿਖਾ ਸਕਦੇ ਹਾਂ, ਪਰ ਮਗਰ ਉਹਨੂੰ ਸਾਹ ਦੇਣਾ ਹੋਵੇ, ਕਿਵੇਂ ਕਰਿਆ ਜੀ? ਨਹੀਂ ਦੇ ਸਕਦਾ। ਕੁਦਰਤੀ ਤੌਰ 'ਤੇ ਜਿਹੜਾ ਸਾਹ ਆ ਰਿਹਾ ਉਸ ਸਾਹ ਨੂੰ ਜੇ ਅਸੀਂ ਪੈਦਾ ਕਰਨਾ ਹੋਵੇ, ਆ ਸੰਸਾਰ ਅੰਦਰ ਦੁਨੀਆ ਦੀ ਸਾਰੀ ਦੌਲਤ ਇੱਕ ਪਾਸੇ ਰੱਖ ਦਈਏ, ਇੱਕ ਸਾਹ ਨਹੀਂ ਹੋ ਪੈਦਾ, ਇੱਕ ਸਾਹ ਨਹੀਂ ਪੈਦਾ। ਆਪਾਂ ਗੁਰਬਾਣੀ ਅੰਦਰ ਇੱਕ ਬੜਾ ਪਿਆਰਾ ਬਚਨ ਪੜ੍ਹਦੇ ਹਾਂ, ਅਮਲ ਸਰਾਨੋ ਲੇਖਾ ਦੇਣਾ।
ਦੇਖੋ ਇਹਦੇ ਵਿੱਚ ਨਾ ਬੜੇ ਪਿਆਰ ਅੰਤਰ ਬਚਨ ਸਪਸ਼ਟ ਕੀਤੇ ਨੇ ਕਿ ਬੰਦਾ ਆ ਸੰਸਾਰ ਅੰਦਰ ਆਣ ਕੇ ਇੰਨਾ ਕੁ ਕਰਪਟ ਹੋ ਗਿਆ ਤੇ ਇਹ ਕਰਪਸ਼ਨ ਦੇ ਉੱਪਰ ਇਹ ਰੁੱਝਿਆ ਹੋਇਆ, ਰੁਝੇਵਾਂ ਇਹਦਾ ਕਰਪਸ਼ਨ ਅੰਦਰ ਬਣਿਆ ਹੋਇਆ ਤੇ ਕਰਪਟ ਹੋ ਗਿਆ। ਇਹ ਰੱਬ ਨਾਲ ਵੀ ਕਰਪਸ਼ਨ ਦੇ ਉੱਪਰ ਉਤਰ ਆਉਂਦਾ। ਉੱਥੇ ਬਚਨ ਨੇ ਅਮਲ ਸਰਾਨੋ ਲੇਖਾ ਦੇਣਾ। ਇੱਥੇ ਅਮਲ ਦਾ ਅਰਥ ਜਦੋਂ ਅਸੀਂ ਲਵਾਂਗੇ, ਇੱਥੇ ਅਰਥ ਆਉਂਦਾ ਸਮਾਂ। ਆਮ ਤੌਰ 'ਤੇ ਜਦੋਂ ਅਸੀਂ ਅਮਲ ਦੇ ਅਰਥ ਲੈਂਦੇ ਬਾਣੀ ਅੰਦਰ ਕਰਮ ਆਉਂਦਾ। ਆਪਾਂ ਬਚਨ ਪੜ੍ਹਦੇ ਹਾਂ, ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਦਰਗਹਿ ਆਏ ਕੰਮ। ਅਮਲ ਦਾ ਅਰਥ ਕਰਮ, ਮਗਰ ਇੱਥੇ ਅਮਲ ਸਰਾਨੋ ਕਿ ਜਿਹੜਾ ਮਾਲਕ ਵੱਲੋਂ ਦਿੱਤਾ ਹੋਇਆ ਸਮਾਂ ਸੀ ਉਹ ਬੀਤ ਗਿਆ। ਅਮਲ ਸਰਾਨੋ ਲੇਖਾ ਦੇਣਾ, ਹੁਣ ਲੇਖਾ ਦੇਣ ਦਾ ਸਮਾਂ ਆ ਗਿਆ। ਕੋਈ ਆਖੇ ਲੇਖਾ ਨਹੀਂ ਹੋਵੇਗਾ ਤੇ ਬਾਬੇ ਜੀ ਨੇ ਬਾਣੀ ਅੰਦਰ ਸਪਸ਼ਟ ਕੀਤਾ, ਨਾਨਕ ਆਖੈ ਰੇ ਮਨਾ ਸੁਣੀਏ ਸਿੱਖ ਸਹੀ, ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ। ਆਪਾਂ ਬਚਨ ਪੜ੍ਹਦੇ ਧਰਮ ਰਾਏ ਜਬ ਲੇਖਾ ਮੰਗੈ ਤਾਂ ਬਾਕੀ ਨਿਕਸੀ ਭਾਰੀ। ਸੋ ਬੰਦਾ ਇਸ ਗੱਲ ਤੋਂ ਮੁਨਕਰ ਹੈ ਕਿ ਰੱਬ ਨਾਂ ਦੀ ਕੋਈ ਚੀਜ਼ ਨਹੀਂ, ਲੇਖਾ ਕਿਤੇ ਨਹੀਂ ਦੇਣਾ ਪੈਣਾ। ਮਗਰ ਗੁਰੂ ਕੀ ਬਾਣੀ ਵਾਰ-ਵਾਰ ਮਨੁੱਖ ਨੂੰ ਸੁਚੇਤ ਵੀ ਕਰਦੀ ਏ, ਪ੍ਰੇਰਨਾ ਵੀ ਦਿੰਦੀ ਏ ਕਿ ਭਲਿਆ ਆ ਸਾਰਾ ਕੁਝ ਸਿਰਜਾ ਰੱਬ ਦਾ ਹੀ ਹੋਇਆ। ਤੂੰ ਵੀ ਰੱਬ ਦੀ ਕਿਰਪਾ ਦੇ ਨਾਲ ਸੰਸਾਰ ਅੰਦਰ ਤੁਰਿਆ ਫਿਰਦਾ ਹੈ। ਜੇ ਤੇਰੇ ਅੰਦਰ ਰੱਬ ਦੀ ਕਿਰਪਾ ਨਾ ਵਰਤੇ ਤੇ ਕਿਤੇ ਵੀ ਟੈਟੇਰੀ ਹੋ ਸਕਦਾ। ਇੱਕ ਸਿੱਧੀ ਜੀ ਗੱਲ, ਇੱਕ ਬੰਦਾ ਦੁਨੀਆ ਭਰ ਦੇ ਭਲਵਾਨਾਂ ਨੂੰ ਢਾਉਂਦਾ, ਉਹ ਯੂਨੀਵਰਸਲ ਭਲਵਾਨ ਗਿਣਿਆ ਜਾਂਦਾ। ਜਾਂ ਕਿਤੇ ਕਿਸੇ ਇੱਕ ਦੇਸ਼ ਦੇ ਵਿੱਚ ਦੇਸ਼ ਦੇ ਭਲਵਾਨਾਂ ਨੂੰ ਢਾਹ ਕੇ ਜਿਵੇਂ ਰੁਸਤਮੇ ਜਮਾਂ ਰੁਸਤਮੇ ਹਿੰਦ ਬਣ ਜਾਂਦਾ। ਮਗਰ ਦੇਖੋ ਜਿਹੜਾ ਬੰਦਾ ਸਾਰੀ ਦੁਨੀਆ ਦੇ ਭਲਵਾਨਾਂ ਨੂੰ, ਤਕੜੇ ਤਕੜੇ ਬਲ ਵਾਲੇ ਲੋਕਾਂ ਨੂੰ ਚੁੱਕ ਚੁੱਕ ਕੇ ਸੁੱਟਦਾ ਰਿਹਾ, ਸਵੇਰ ਨੂੰ ਪਤਾ ਲੱਗਦਾ ਕਿ ਇਹਦੇ ਕੋਲ ਆਪਣੀ ਬਾਂਹ ਨਹੀਂ ਚੁੱਕੀ ਜਾਂਦੀ, ਇਹਦੇ ਕੋਲ ਆਪਣੀ ਲੱਤ ਨਹੀਂ ਚੁੱਕੀ ਜਾਂਦੀ। ਬੰਦੇ ਨੂੰ ਪੁੱਛੇ, ਬੰਦਿਆ ਤੂੰ ਪਹਿਲਾਂ ਜ਼ੋਰ ਦੀ ਗੱਲ ਕਰਦਾ ਸਾਂ, ਤਾਕਤ ਦੀ ਗੱਲ ਕਰਦਾ ਸਾਂ, ਹੁਣ ਤਾਕਤ ਵਿਖਾ, ਹੁਣ ਜ਼ੋਰ ਵਿਖਾ, ਕਿੱਥੇ ਤੇਰਾ ਜ਼ੋਰ, ਕਿੱਥੇ ਤੇਰੀ ਤਾਕਤ? ਪਤਾ ਲੱਗਾ ਇਹਨੂੰ ਪੈਰਾਲਾਈਜ਼ ਹੋ ਗਿਆ। ਇਸ ਕਰਕੇ ਜੇ ਅਸੀਂ ਆਖੀਏ ਕਿ ਬੰਦੇ ਕੋਲ ਕੋਈ ਜ਼ੋਰ ਆ, ਤੇ ਬਾਬੇ ਜੀ ਦੀ ਬਾਣੀ ਇਹ ਗੱਲ ਕਹਿੰਦੀ ਅਸਾਂ ਜ਼ੋਰ ਨਹੀਂ, ਜੇ ਕਿਛ ਕਰ ਹਮ ਸਕੈ। ਸਾਡੇ ਅੰਦਰ ਕੋਈ ਜ਼ੋਰ ਨਹੀਂ, ਇਹ ਤਾਂ ਉਹਦੀ ਸੱਤਾ ਦਾ ਸੂਤ ਵਰਤ ਰਿਹਾ, ਅਸੀਂ ਤੁਰੇ ਫਿਰਦੇ ਹਾਂ। ਇਸ ਲਈ ਮਾਲਕ ਦੇ ਦਰ 'ਤੇ ਸਦਾ ਨਮਸਕਾਰੀ ਰਹਿਣਾ ਚਾਹੀਦਾ ਹੈ, ਝੁਕੇ ਰਹਿਣਾ ਚਾਹੀਦਾ, ਨਤਮਸਤਕ ਰਹਿਣਾ ਚਾਹੀਦਾ ਹੈ, ਜਿਹਨੇ ਸਾਨੂੰ ਆ ਸੋਹਣੀ ਮਨੁੱਖਾ ਦੇਹੀ ਦੇ ਕੇ, ਸੋਚ ਵਿਚਾਰ ਵਾਲੀ ਵਿਵੇਕ ਦੇ ਕੇ ਆ ਸੰਸਾਰ ਦੇ ਨਾਲ ਨਾਤਾ ਗੁਣਵਾਇਆ। ਬਾਬਾ ਜੀ ਆਪਾਂ ਫਿਰ ਉੱਥੇ ਮੁੜ ਕੇ ਆਈਏ। ਇੱਕ ਓਅੰਕਾਰ, ਓਮ ਤਾਂ ਤੁਸੀਂ ਕਿਹਾ ਊੜਾ ਉੱਤੇ ਦਾ ਖੁੱਲਾ ਕਰਤਾ। ਹਾਂਜੀ ਹਾਂਜੀ, ਉਹਦਾ ਓਮ ਬਣਾਤਾ। ਹਾਂਜੀ, ਓਅੰਗ ਓਂਗ, ਹਾਂਜੀ। ਤੇ ਨਾਲ ਆਪਾਂ ਕਾਰ ਵੀ ਕਹਿੰਦੇ ਕਾਰ ਲਾਇਆ। ਤੇ ਕਾਰ ਕਿੱਥੇ ਆ? ਕਾਰ ਜਦੋਂ ਆਪਾਂ ਊੜਾ ਖੁੱਲਾ ਕੀਤਾ, ਹਾਂਜੀ, ਊੜੇ ਖੁੱਲੇ ਦੇ ਨਾਲ ਜਿਹੜੀ ਅਗਲੀ ਆਪਾਂ ਉਹ ਡੰਡੀ ਖਿੱਚੀ ਮਰੋੜੀ ਦੇ ਕੇ, ਮੁੜ ਕੇ ਜਿਹੜੀ ਤਾਂ ਹਾਂਜੀ ਹਾਂ ਮਰੋੜੀ ਦੇ ਕੇ ਡੰਡੀ ਖਿੱਚੀ, ਉਹ ਹੈ ਕਾਰ। ਕਾਰ, ਉਸ ਕਾਰ ਦਾ ਅਰਥ ਹੈ ਸਰਬ ਵਿਆਪਕਤਾ। ਮਤਲਬ ਗੁਰੂ ਸਾਹਿਬ ਨੇ ਇੱਕੋ ਅਲਫਾਜ਼ ਦੇ ਵਿੱਚ, ਹਾਂਜੀ, ਇੱਕੋ ਦੇ ਅਲਫਾਜ਼ ਦੇ ਵਿੱਚ ਦੋ ਚੀਜ਼ਾਂ ਵਿੱਚ ਜਿਹੜੀਆਂ ਇੱਕੋ ਦੇ ਵਿੱਚ ਪਾਤੀਆਂ ਜੀ। ਊੜੇ ਦਾ ਹੀ ਓਂਕਾਰ ਬਣਾਤਾ, ਜੀ, ਜਿਹੜਾ ਕਿ ਪਹਿਲੋਂ ਚੱਲਿਆ ਆਉਂਦਾ ਸੀ ਜੀ। ਕਿਸੇ ਵੀ ਤਰੀਕੇ ਨਾਲ। ਇਉਂ ਕਹਿ ਲਓ ਵੀ ਜਿਸ ਤਰ੍ਹਾਂ ਤਿੰਨਾਂ ਸ਼ਕਤੀਆਂ ਦਾ ਲਖਾਇਕ ਓਮ ਸੀ, ਉਸ ਓਮ ਨੂੰ ਗੁਰੂ ਮਹਾਰਾਜ ਨੇ ਊੜੇ ਅੱਖਰ ਦੇ ਵਿੱਚ ਲੈ ਕੇ ਉਹਦੇ ਉੱਪਰ ਕਾਰ ਲਾ ਕੇ ਓਅੰਕਾਰ ਨਾਲ ਇੱਕ, ਜਿੱਥੇ ਉਹ ਤਿੰਨਾਂ ਸ਼ਕਤੀਆਂ ਨੂੰ ਬਿਆਨ ਕੀਤਾ, ਨਾਲ ਦੀ ਨਾਲ ਸਰਬ ਵਿਆਪਕਤਾ ਵੀ ਬਿਆਨ ਕੀਤੀ। ਹਾਂ, ਪਰ ਇੱਥੇ ਜੇ ਆਪਾਂ ਦੇਖੀਏ, ਜੇ ਊੜਾ ਇੱਦਾਂ ਬਾਇਆ ਹੋਵੇ ਐ ਕਰੇ ਓਂਕਾਰ ਬਣਾਤਾ, ਆਮ ਦੇਖਣ ਵਾਲੇ ਨੂੰ ਜਾਂ ਉਹਦੀ ਟਰਾਂਸਲੇਟ ਕਰਨ ਵਾਲੇ ਨੂੰ ਉਹਨੂੰ ਸਮਝਣ ਲਈ ਬਹੁਤ ਕੋਸ਼ਿਸ਼ ਕਰਨੀ ਪਊਗੀ ਵੀ ਹੈ ਕਿ ਜਿਹਨੂੰ ਨਹੀਂ ਪਤਾ, ਜੀ, ਜਿਹਨੂੰ ਨਹੀਂ ਪਤਾ ਉਹਨੂੰ ਬਹੁਤ ਕੋਸ਼ਿਸ਼ ਕਰਨੀ ਪਊਗੀ ਵੀ ਇਹ ਤਾਂ ਊੜਾ ਹੀ ਆ, ਜਾਂ ਉਹ ਕਹੂਗਾ ਊੜਾ ਗਲਤ ਪੈ ਗਿਆ, ਜਾਂ ਊੜਾ ਨੂੰ ਕੁਛ ਇੱਦਾਂ ਉੱਤੋਂ ਹੋ ਗਿਆ ਜਾਂ ਖੁੱਲ੍ਹਾ ਰਹਿ ਗਿਆ, ਹੈ ਨਾ। ਇਹ ਤੁਹਾਡੀ ਗੱਲ ਬਿਲਕੁਲ ਦਰੁਸਤ ਆ, ਸੱਚੀ ਗੱਲ ਹੈ। ਪਰ ਮੈਂ ਸੰਥਿਆ ਕਰਾਉਣ ਲੱਗੂ, ਇੱਕ ਥੋੜ੍ਹੀ ਜਿਹੀ ਗੱਲ ਹੋਰ ਕਰਨੀ ਚਾਹੁੰਦਾ। ਗੁਰੂ ਨਾਨਕ ਦੇਵ ਜੀ ਨੇ ਦੇਖੋ ਕਿੱਡਾ ਸਿੰਪਲ ਕੀਤਾ, ਪਰ ਜਿਹੜਾ ਮੋਰੇ ਏਕਾ ਲਾਇਆ ਉਹਦੀ ਦੁਨੀਆ ਦੀ ਜਿੰਨੀ ਮਾਰੀ ਟਰਾਂਸਲੇਟ ਕਰੀ ਜਾਓ ਇੱਕੋ ਹੀ ਰਹਿੰਦਾ, ਇੱਕੋ ਹੀ ਰਹਿੰਦਾ। ਉਹਦੀ ਵੰਡ ਨਹੀਂ ਹੋ ਸਕਦੀ, ਉਹਦੀ ਵੰਡ ਨਹੀਂ ਹੋ ਸਕਦੀ, ਉਹ 'ਚ ਫਰਕ ਨਹੀਂ ਪੈ ਸਕਦਾ, ਉਹ ਉਨੀ ਕੀ ਨਹੀਂ ਹੋ ਸਕਦਾ। ਬਿਲਕੁਲ। ਅਤੇ ਓਂਕਾਰ ਨੂੰ ਜਿੰਨਾ ਮਰਜ਼ੀ ਉਹਦੀ ਡੈਫੀਨੇਸ਼ਨ ਕਰਨ ਵਾਲੇ, ਉਹਦੀ ਸੁਧਾਈ ਕਰਨ ਵਾਲੇ, ਉਹਦੀ ਵਿਆਖਿਆ ਕਰਨ ਵਾਲੇ ਆਪੋ ਆਪਣੇ ਤਰੀਕੇ ਨਾਲ ਕਰ ਸਕਦੇ, ਪਰ ਜਦੋਂ ਇੱਕ ਦੀ ਕਰਨੀ ਪਊਗੀ
ਉਹਦੀ ਜਿੰਨੀ ਮਰਜ਼ੀ ਭਾਸ਼ਾ 'ਚ ਕਰ ਲਓ, ਜਿਹੜੇ ਮਰਜ਼ੀ ਤਰੀਕੇ ਨਾਲ ਕਰ ਲਓ, ਇੱਕੋ ਹੀ ਹੋਊਗੀ। ਇਸੇ ਕਰਕੇ ਗੁਰੂ ਮਹਾਰਾਜ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਜੋ ਹਿੰਦਸਾ ਇੱਕ ਲਾਇਆ, ਉਸ ਇੱਕ ਨੂੰ ਵੰਡਿਆ ਨਹੀਂ ਜਾ ਸਕਦਾ, ਵੰਡਿਆ ਨਹੀਂ ਜਾ ਸਕਦਾ। ਕਿਉਂਕਿ ਲੋਕਾਂ ਨੇ ਪਰਮਾਤਮਾ ਨੂੰ ਵੱਖ-ਵੱਖ ਸ਼ਕਤੀਆਂ ਦੇ ਵਿੱਚ ਵੰਡਣ ਦਾ ਯਤਨ ਕੀਤਾ ਤੇ ਆਪਣੇ ਆਪਣੇ ਰਾਹ ਚਲਾਏ। ਈਵਨ ਇੱਥੋਂ ਤੱਕ ਆਪਾਂ ਜਦੋਂ ਬਚਨ ਪੜ੍ਹਦੇ, ਜਿਨ ਜਨ ਜਰਾ ਤਨਕ ਸਿੱਧ ਪਾਇਓ, ਆਪ ਆਪਣਾ ਰਾਹ ਚਲਾਇਓ। ਜਿਹਨੇ ਥੋੜ੍ਹੀ ਜਿਹੀ ਸਿੱਧੀ ਪ੍ਰਾਪਤ ਕੀਤੀ, ਤਾਕਤ ਪ੍ਰਾਪਤ ਕੀਤੀ, ਆਪਣੇ ਜੀਵਨ ਦੇ ਅੰਦਰ ਭਗਤੀ ਮਾਰਗ 'ਤੇ ਚੱਲ ਕੇ ਸਫਲਤਾ ਪ੍ਰਾਪਤ ਕੀਤੀ, ਉਹਨੇ ਆਪਣਾ ਰਾਹ ਚਲਾਇਆ, ਆਪਣੇ ਆਪ ਨੂੰ ਭਗਵਾਨ ਬਣਾਉਣ ਬਹਿ ਗਿਆ। ਮਗਰ ਗੁਰੂ ਮਹਾਰਾਜ ਨੇ ਸਾਰੀਆਂ ਗੱਲਾਂ ਦਾ ਨਿਬੇੜਾ ਇੱਕ 'ਤੇ ਲਿਆ ਕੇ ਕਰ ਦਿੱਤਾ, ਕਿਉਂਕਿ ਸਾਹਿਬ ਮੇਰਾ ਏਕੋ ਹੈ ਭਾਈ ਏਕੋ ਹੈ। ਇਸੇ ਕਰਕੇ ਵਾਰ-ਵਾਰ ਬਾਣੀ ਅੰਦਰ ਇੱਕ ਦੀ ਗੱਲ ਕੀਤੀ ਜਾਂਦੀ ਹੈ, ਹਰ ਇੱਕੋ ਦਾਤਾ ਸੇਵੀ ਹੈ, ਹਰ ਇੱਕ ਧਿਆਈ ਹੈ, ਹਰ ਇੱਕੋ ਦਾਤਾ ਮੰਗੀ ਹੈ, ਮਨ ਚਿੰਦਿਆ ਪਾਈ ਹੈ, ਜੇ ਦੂਜੇ ਪਾਸੋਂ ਮੰਗੀ ਹੈ ਤਾਂ ਲਾਜ ਮਰਾਈ ਹੈ। ਵਾਰ-ਵਾਰ ਜਗਤ ਦੇ ਜੀਵਾਂ ਨੂੰ ਇੱਕ ਨਾਲ ਜੋੜਦੇ ਹੋਏ ਇੱਕ ਗੱਲ ਕਹੀ, ਰੇ ਜੀ ਨਲੱਜ ਲਾਜ ਤੋਏ ਨਾਹੀ, ਹਰ ਤਜ ਕਤ ਕਾਹੂ ਕਹਿ ਜਾਈ। ਅੱਜ ਸਾਡੇ ਸਿੱਖ ਜਗਤ ਦੇ ਗੁਰੂ ਨਾਨਕ ਦੇਵ ਸਾਹਿਬ ਦਰ 'ਤੇ ਨਤਮਸਤਕ ਹੋਣ ਵਾਲੇ ਲੋਕ ਕਦੇ ਗੁੱਗੇ ਨੂੰ ਮਨਾਉਂਦੇ ਫਿਰਦੇ ਆ, ਕਦੀਆਂ ਮੜੀਆਂ 'ਤੇ ਜਾ ਕੇ ਦੀਵੇ ਜਗਾਉਂਦੇ ਆ, ਕਦੇ ਮਸਾਣਾ ਵਿੱਚ, ਕਦੇ ਜਗਰਾਤੇ ਕਰਾਉਂਦੇ ਆ, ਅਤੇ ਕਦੇ ਉਹ ਆ ਜਿਹੜੇ ਪੁੱਛਾਂ ਦੇਣ ਵਾਲੇ ਲੋਕ ਆ, ਉਹਨਾਂ ਕੋਲ ਜਾ ਕੇ ਆਪਣੀ ਮਾਇਆ, ਆਪਣੀ ਮਿਹਨਤ ਖੱਜਲ ਕਰਦੇ ਨੇ। ਈਵਨ ਇੱਥੋਂ ਤੱਕ ਖਿਮਾ ਕਰਿਆ ਜੇ ਇੱਜ਼ਤਾਂ ਵੀ ਖੱਜਲ ਹੁੰਦੀਆਂ ਨੇ। ਬਹੁਤ ਕੁਛ ਹੁੰਦਾ ਜੀ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਇੱਕ ਓਂਕਾਰ ਦੇ ਉੱਤੇ ਵਿਚਾਰਾਂ ਕੀਤੀਆਂ ਹਨ ਭਾਈ ਸਾਹਿਬ ਦੇ ਨਾਲ, ਅਤੇ ਭਾਈ ਸਾਹਿਬ ਨੇ ਬੜੀ ਗੁਰਬਾਣੀ ਦੀਆਂ ਤੁਕਾਂ ਵਿਆਖਿਆ ਦੇ ਕੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜੇ ਪਹਿਲੋਂ ਤਿੰਨਾਂ ਦੇਵਤਿਆਂ ਦੀ ਗੱਲ ਜਿਹੜੀ ਆਮ ਤੌਰ 'ਤੇ ਹਿੰਦੁਸਤਾਨ ਦੇ ਵਿੱਚ ਕੀਤੀ ਜਾਂਦੀ ਸੀ, ਪ੍ਰਚਲਿਤ ਸੀ, ਜਿਹਦੇ ਨਾਲ ਬ੍ਰਾਹਮਣ ਜਿਹੜੇ ਆਪਣੀ ਰੋਟੀ ਪਾਣੀ ਜਿਹੜੇ ਆ ਬੜੇ ਵਧੀਆ ਤਰੀਕੇ ਨਾਲ ਚਲਾ ਰਹੇ ਸੀ, ਲੋਕਾਂ ਨੂੰ ਭੁਲੇਖੇ ਵਿੱਚ ਪਾ ਕੇ। ਪਰ ਗੁਰੂ ਨਾਨਕ ਦੇਵ ਜੀ ਨੇ ਉਹ ਸਾਰਾ ਜਿਹੜਾ ਆ ਉਹਨਾਂ ਨੂੰ ਸਿੱਧ ਕੀਤਾ ਵੀ ਕੋਈ ਵੀ ਇੱਦਾਂ ਦਾ ਦੇਵਤਾ ਨਹੀਂ ਗਾ ਜਿਹੜਾ ਅਕਾਲ ਪੁਰਖ ਵਾਹਿਗੁਰੂ ਤੋਂ ਵੱਖਰਾ ਹੋਵੇ। ਜੋ ਕੁਛ ਵੀ ਹੈ ਇੱਕ ਦੇ ਹੀ ਅੰਡਰ ਹੈ। ਅਤੇ ਉਹ ਜਿਹੜੇ ਬ੍ਰਹਮਾ ਵਿਸ਼ਨ ਮਹੇਸ਼ ਜਿਹੜੇ ਕਹਿ ਜਾਂਦੇ ਸੀਗੇ, ਉਹ ਸਾਰੇ ਦੇ ਸਾਰੇ ਭਾਵੇਂ ਦੇਵਤੇ ਸੀਗੇ, ਪਰ ਉਹ ਅਕਾਲ ਪੁਰਖ ਵਾਹਿਗੁਰੂ ਉਹਨਾਂ ਦਾ ਸੁਪਰੀਮ ਜਿਹੜਾ ਸੀਗਾ ਇੱਕੋ ਸੀਗਾ। ਅਤੇ ਉਹਦਾ ਕਾਰਨ ਇਹ ਸੀਗਾ ਕਿ ਅਖੀਰ ਵਿੱਚ ਉਹਨਾਂ ਦੇਵਤਿਆਂ ਨੂੰ ਵੀ ਮੌਤ ਜਿਹੜੀ ਆ ਉਹ ਆਈ, ਜਿਹਦੇ ਬਾਰੇ ਗੁਰਬਾਣੀ ਵਿੱਚ ਬਹੁਤ ਕੁਝ ਦਿੱਤਾ ਹੈ। ਅਤੇ ਅਸੀਂ ਕੋਸ਼ਿਸ਼ ਕਰਨੀ ਜਾਂ ਅਸੀਂ ਜਾਣਨਾ ਚਾਹਾਂਗੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹੜਾ ਹਮੇਸ਼ਾ 1430 ਪੰਨੇ ਜਿਹੜੇ ਆ ਉਹਦੇ ਵਿੱਚ ਇੱਕ ਦੀ ਹੀ ਵਿਆਖਿਆ ਕੀਤੀ ਗਈ ਆ, ਇੱਕ ਦੇ ਹੀ ਸਿਮਰਨ ਦੀ ਗੱਲ ਕੀਤੀ ਗਈ ਆ, ਉੱਥੇ ਦੂਸਰੇ ਦੀ ਕੋਈ ਗੱਲ ਨਹੀਂ। ਅਤੇ ਅਸੀਂ ਫਿਰ ਵੀ ਭਟਕਦੇ ਫਿਰਦੇ ਹਾਂ, ਕਦੀ ਕਿਸੇ ਕੋਲ, ਕਦੀ ਕਿਸੇ ਕੋਲ, ਕਦੀ ਕਿਸੇ ਕੋਲ। ਆਓ ਆਪਾਂ ਕੋਸ਼ਿਸ਼ ਕਰੀਏ ਕਿ ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਇੱਕੋ ਹੀ ਹੈ, ਜਿਹੜਾ ਸਾਨੂੰ ਜੀਵਨ ਵੀ ਦਿੰਦਾ ਹੈ, ਸਾਨੂੰ ਰੋਜ਼ੀ ਵੀ ਦਿੰਦਾ ਹੈ, ਸਾਡੇ ਵਿਨਾਸ਼ ਦਾ ਵੀ ਸਿਲਸਿਲਾ ਉਹਦੇ ਕੋਲ ਹੀ ਆ। ਆਪਾਂ ਉਹਦਾ ਸਿਮਰਨ ਕਰਕੇ ਭਈ ਪ੍ਰਾਪਤ ਮਨੁੱਖ ਦੇ ਹਰੀਆ ਗੋਬਿੰਦ ਕੀ ਇਹ ਤਰਵਰੀਆ, ਜਿਹੜਾ ਸਾਡਾ ਜੀਵਨ ਦਾ ਅਸਲੀ ਮਨੋਰਥ ਹੈ, ਉਹਦੇ ਵੱਲ ਨੂੰ ਅਸੀਂ ਵੱਧ ਸਕੀਏ, ਉਹ ਉੱਥੇ ਅਸੀਂ ਪਹੁੰਚ ਸਕੀਏ। ਇੱਕ ਸਕਿੰਟ ਬਾਅਦ 'ਤੇ ਆਪਾਂ ਸਿਮਰਨ ਕਰਾਂਗੇ। ਵਾਹਿਗੁਰੂ 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 ਵਾਹਿਗੁਰੂ, ਤੂੰ ਹੀ ਤੂੰ, ਤੂੰ ਹੀ ਤੂੰ, ਤੂੰ ਹੀ ਤੂੰ, ਤੂੰ ਹੀ ਤੂੰ। ਵਾਹਿਗੁਰੂ ਤੇਰਾ ਸ਼ੁਕਰ ਹੈ, ਵਾਹਿਗੁਰੂ ਤੇਰਾ ਸ਼ੁਕਰ ਹੈ, ਵਾਹਿਗੁਰੂ ਤੇਰਾ ਸ਼ੁਕਰ ਹੈ। ਅਸੀਂ ਵਾਹਿਗੁਰੂ ਨੂੰ ਕੁਛ ਨਹੀਂ ਦੇ ਸਕਦੇ, ਪਰ ਜੇ ਸਾਨੂੰ ਜਾਚ ਆ ਜਾਵੇ ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਨ ਦੀ, ਤਾਂ ਸਾਡਾ ਬਹੁਤ ਭਲਾ ਹੋ ਸਕਦਾ। ਅਸੀਂ ਨਸ਼ੁਕਰੇ ਨਾ ਬਣੀਏ, ਉਹਦੇ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰੀਏ। ਭੁੱਲਾਂ ਚੁੱਕਾਂ ਨਿਕਮਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।